वो तो बहुत ज्यादा अच्छा है, क्योंकि वहां भी वो टेक्नोलॉजी ऐसी है कि जिसमें नेचुरल वे में कुछ ठीक है। समय बाद आपको अपनी चेयर से उठ के चाहे आप एक नॉर्मल वॉक कर लो। इसको तो बहुत ही सुंदर एक्सप्लेन किया आयुर्वेद के अंदर ਅੱਛਾ कि ना। ਪਰ ਜੇ ਆਪਾਂ ਸਪੈਸ਼ਲ ਸਮਰ ਫਰੂट्स ਦੀ ਗੱਲ ਕਰ ਲਈ ਤਾਂ ਕਿਹੜੇ ਫਰੂट्स ਦੀ ਆਪਾਂ ਨਾਮ ਲੈ ਸਕਦੇ हैं? मैदा या ये चीजें भी होती हैं, ये अगर और अच्छे तरीके से चबा के खाई जाए तो भी फर्क पड़ता है। तो ये कोल्ड वाटर जो है ये भी क्या कहीं ना कहीं डाइजेशन को वीक कर देता है? ਜਿਵੇਂ ਫਾਸਟ ਫੂਡ ਹੈ, ਹੂੰ ਇਹ ਤੁਸੀਂ ਜੇ ਕਦੀ ਇਹਨੂੰ ਦੇਖੋ ਨਾ, ਇਹ ਡਰਾਈ ਹੁੰਦਾ ਹੈ। ਜਦੋਂ ਸਿਹਤ ਚੰਗੀ ਨਾ ਹੋਵੇ ਉਦੋਂ ਬੰਦੇ ਦੇ ਚਾਹ ਮੁੱਕਦੇ ਨੇ ਔਰ ਅੱਜ ਕੱਲ ਗਰਮੀ ਐਨੀ ਹੈ ਕਿ ਬੰਦੇ ਦੇ ਸਾਹ ਸੁੱਕਦੇ ਨੇ। ਸਤਿ ਸ਼੍ਰੀ ਅਕਾਲ, ਰੇਡੀਓ ਮਾਈ ਐਫਐਮ ਤੋਂ ਮੈਂ ਆਰਜੇ ਜੱਸੀ मैं आरजे गोलमाल गगन। ਔਰ ਗਰਮੀ ਦਿਨੋਂ ਦਿਨ ਵੱਧਦੀ ਜਾਂਦੀ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਗਰਮੀ ਹਰੇਕ ਨੂੰ ਲੱਗਦੀ ਹੈ, ਇਹ ਚ ਵੀ ਕੋਈ ਸ਼ੱਕ ਨਹੀਂ। ਪਰ ਗਰਮੀ ਦਾ ਪਾਇਲਸ ਦੇ ਨਾਲ ਕਿੰਨਾ ਕੰਸਰਨ ਹੈ, ਕਿੰਨਾ ਕੁ ਸੰਬੰਧ ਹੈ, ਇਹੀ ਜਾਣਨ ਦੇ ਲਈ ਅਸੀਂ ਪਹੁੰਚੇ ਹਾਂ ਰਾਣਾ ਪਾਇਲਸ ਹਸਪੀਟਲ ਸਰਹੰਦ ਤੇ ਆਪਣੇ ਨਾਲ ਨੇ ਡਾਕਟਰ ਹਤਿੰਦਰ ਸੂਰੀ ਸਰ। ਸਭ ਤੋਂ ਪਹਿਲਾਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। तो वेलकम टू द शो सर। एंड बिफोर वी गो हेड, पहले तो मैं जानना चाहूंगा कि सर वैसे स्कूलों में गर्मियों की छुट्टी शुरू हो चुकी है। डू यू रिमेंबर योर ओन गर्मियों की छुट्टियां डेज? हाँ डेफिनेटली, बंदे को हर को वेट होती है हाँ। कि अब छुट्टियां आने वाली हैं और कोई काम नहीं करना पड़ेगा। हम लोग तो अपना होमवर्क भी पहले ही फिनिश कर देते हैं, अच्छा। पहले 2-3 दिन में ही, पहले कि एक भी छुट्टी खराब ना हो जाए। ਸਰ ਕੀ ਗਰਮੀਆਂ ਦਾ ਪਾਇਲਸ ਦੇ ਨਾਲ ਸੰਬੰਧ ਹੈ ਜਾਂ ਨਹੀਂ? ਗਰਮੀ ਦਾ ਪਾਇਲਸ ਦੇ ਨਾਲ ਸਿੱਧਾ ਸੰਬੰਧ ਹੈ, ਹੂੰ ਕਿਉਂਕਿ ਗਰਮੀ ਜਿੰਨੀ ਜ਼ਿਆਦਾ ਹੋਏਗੀ ਉਨੀ ਡੀਹਾਈਡਰੇਸ਼ਨ ਹੁੰਦੀ ਹੈ, ਉਨੀ ਸਵੈਟਿੰਗ ਹੋਏਗੀ, ਉਹਨੇ ਤੁਹਾਡੀ ਬਾਡੀ 'ਚ ਇਲੈਕਟ੍ਰੋਲਾਈਟ ਦਾ ਲਾਸ ਹੋਏਗਾ ਹੂੰ ਔਰ ਡੀਹਾਈਡਰੇਸ਼ਨ ਕਰਕੇ ਸਟੂਲ ਹਾਰਡ ਹੋਏਗਾ। ਹਾਰਡ ਸਟੂਲ ਨਾਲ ਡੈਫੀਨੇਟਲੀ ਇਹ ਸਾਰੀਆਂ ਪ੍ਰੋਬਲਮਸ ਹੋਣਗੀਆਂ। ਹੂੰ ਪਰ ਜਿਵੇਂ ਲੋਕ ਲਾਈਫ ਸਟਾਈਲ ਬਦਲ ਰਹੇ, ਪਰ ਇਹ ਡਿਪੈਂਡ ਕਰਦਾ ਕਿ ਉਹਨਾਂ ਦਾ ਐਕਸਪੋਜ਼ਰ ਕਿੰਨਾ ਹੈ, ਹੂੰ ਕਿ ਕਿਆ ਉਹ ਆਦਮੀ ਗਰਮੀ 'ਚ ਉਹਨਾਂ ਐਕਸਪੋਜ਼ ਵੀ ਹੋ ਰਿਹਾ। ਜਿਵੇਂ ਮੈਕਸਿਮਮ ਲੋਕ ਕਈ ਆਫਿਸ ਸਿਟਿੰਗ 'ਚ ਹੈ, ਉਹਨਾਂ ਨੂੰ ਉਹਨਾਂ ਇਫੈਕਟ ਨਹੀਂ ਆਉਂਦਾ, ਪਰ ਜਿਹੜੇ ਆਊਟਡੋਰ ਵਰਕਿੰਗ ਵਾਲੇ ਬੰਦੇ ਨੇ ਜੀ ਉਹਨਾਂ ਨੂੰ ਇਫੈਕਟ ਬਹੁਤ ਜ਼ਿਆਦਾ। जी ਤੇ ਗਰਮੀਆਂ ਦੇ ਵਿੱਚ ਜਿਹੜੀਆਂ ਈਟਿੰਗ ਹੈਬਿਟਸ ਹੈਗੀਆਂ, ਕੀ ਉਹ ਈਟਿੰਗ ਹੈਬਿਟਸ ਜ਼ਿਆਦਾ ਡੈਮੇਜ ਕਰਦੀਆਂ ਹੈਗੀਆਂ ਜਿਹੜੇ ਡਾਈਜੈਸਟਿਵ ਨੂੰ ਆਪਣੇ ਮੰਨ ਸਕਦੇ? ਹਾਂ ਡੈਫੀਨੇਟਲੀ, ਕਿਉਂਕਿ ਜਿਵੇਂ ਫਾਸਟ ਫੂਡ ਹੈ, ਹੂੰ ਇਹ ਤੁਸੀਂ ਜੇ ਕਦੀ ਇਹਨੂੰ ਦੇਖੋ ਨਾ, ਇਹ ਡਰਾਈ ਹੁੰਦਾ ਹੈ, ਇਹ ਜੂਸੀ ਨਹੀਂ ਹੁੰਦਾ। ਇਹਦੇ 'ਚ ਹਮ। ਵਾਟਰ ਕੰਟੈਂਟ ਬਹੁਤ ਘੱਟ ਹੁੰਦਾ ਹੈ, ਕਿਉਂਕਿ ਉਹਦੇ 'ਚ ਮੈਕਸਿਮਮ ਚੀਜ਼ਾਂ ਜਿਹੜੀਆਂ ਯੂਜ਼ ਹੋ ਰਹੀਆਂ ਉਹ ਪ੍ਰੀਜ਼ਰਵਡ ਨੇ। ਚਾਹੇ ਉਹ ਟਿੱਕੀ ਹੈ, ਚਾਹੇ ਬਨ ਹੈ, ਚਾਹੇ ਉਹਦੇ 'ਚ ਕੁਝ ਵੀ ਯੂਜ਼ ਹੋ ਰਿਹਾ, ਇਵਨ ਚੀਜ਼ ਹੈ, ਸਭ ਪ੍ਰੀਜ਼ਰਵਡ ਹੁੰਦਾ ਹੈ, ਤਾਂ ਉਹਦੇ ਵਾਟਰ ਕੰਟੈਂਟ ਮਿਨੀਮਮ ਹੁੰਦਾ ਹੈ। ਔਰ ਗਰਮੀਆਂ 'ਚ ਤੁਹਾਨੂੰ ਉਹ ਚੀਜ਼ਾਂ ਲੈਣੀਆਂ ਚਾਹੀਦੀਆਂ ਜਿਹਦੇ ਵਾਟਰ ਕੰਟੈਂਟ ਅੱਛਾ ਹੋਏ। ਤਾਂ ਡੈਫੀਨੇਟਲੀ ਜਿਵੇਂ ਫਾਸਟ ਫੂਡ ਹੈ, ਇਹਦੇ 'ਚ ਬੜਾ ਟੌਕਸਿਕ ਹੁੰਦਾ ਗਰਮੀਆਂ 'ਚ। आपने कई बार बोला सर कि खाना चबा के खाना चाहिए, अच्छे तरीके से खाना चाहिए। तो ये जो मैदा या ये चीजें भी होती हैं, ये अगर और अच्छे तरीके से चबा के खाई जाए तो भी फर्क पड़ता है? बहुत ज्यादा फर्क पड़ता है कि इवन अगर आप मतलब हेल्दी डाइट नहीं भी ले पा नहीं रहे ले पा रहे। पर उसको पूरा चबा के खा रहे हो, जी तब भी आप मोर और लेस ठीक रहेगी आपकी फर्क सेहत। पड़ेगा, उससे फर्क पड़ेगा। सर हीट वेव चल रही है और अभी आने वाली है, अभी तो और गर्मी देखनी है, तो क्या ये हीट वेव्स का डाइजेस्टिव सिस्टम पर इफेक्ट होता है? हीट वेव का डाइजेस्टिव सिस्टम पर सीधा इफेक्ट है। अच्छा। जितनी गर्मी बढ़ती जाएगी जी। उतना डिहाइड्रेशन बढ़ेगा। आप कभी भी देखो गर्मियों में कुदरत भी वैसी चीजें ग्रो करती हैं जिसमें वाटर कंटेंट ज्यादा है, और वही चीजें तभी कहते हैं कि कुछ भी खाना हो ना तो रीजनल और सीजनल लेना चाहिए, उसी रीजन का हो, उसी मौसम का हो, मौसम का तो वो बहुत अच्छा रहता है। हो। ਸਰ ਸਮਰ ਦੇ ਵਿੱਚ ਆਮ ਦਿਨਾਂ ਨਾਲੋਂ ਬਾਕੀ ਦਿਨਾਂ ਨਾਲੋਂ ਕੋਲਡ ਡਰਿੰਕ ਦੀ ਇਨਟੇਕ ਜ਼ਿਆਦਾ ਹੋ ਹੀ ਜਾਂਦੀ ਹੈ। ਕੀ ਜਿਹੜੀ ਕੋਲਡ ਡਰਿੰਕ ਦੀ ਜ਼ਿਆਦਾ ਇਨਟੇਕ ਹੈਗੀ ਹੈ ਜਾਂ ਨਾਲ ਜੰਕ ਫੂਡ ਹੋ ਜਾਂਦਾ ਹੈ, ਇਹ ਪਾਇਲਸ ਦੀ ਪ੍ਰੋਬਲਮ ਨੂੰ ਇਨਕਰੀਜ਼ ਕਰਦਾ ਹੈ? ਡੈਫੀਨੇਟਲੀ, ਕਿਉਂਕਿ ਇੱਕ ਟੌਕਸਿਕ ਕੰਬੀਨੇਸ਼ਨ ਹੈ। ਪਹਿਲਾਂ ਤਾਂ ਜਿਹੜਾ ਫਾਸਟ ਫੂਡ ਅਸੀਂ ਖਾ ਰਹੇ ਹਾਂ ਉਹਦੇ ਵਿੱਚ ਵਾਟਰ ਕੰਟੈਂਟ ਘੱਟ ਹੈ, ਫਿਰ ਜਿਹੜਾ ਜਿੰਨਾ ਜ਼ਿਆਦਾ ਕੋਲਡ ਡਰਿੰਕ ਪੀਤਾ ਜਾਂਦਾ ਹੈ ਉਹਨਾਂ ਇਹ ਸ਼ੂਗਰ ਕੰਟੈਂਟ ਇਹਦਾ ਬਹੁਤ ਹਾਈ ਹੁੰਦਾ ਹੈ, ਔਰ ਜਿੰਨਾ ਕਿਸੇ ਚੀਜ਼ ਦਾ ਸ਼ੂਗਰ ਕੰਟੈਂਟ ਹਾਈ ਹੋਏਗਾ ਉਨੀ ਉਹਦੇ ਨਾਲ ਡੀਹਾਈਡਰੇਸ਼ਨ ਹੁੰਦੀ ਹੈ, ਉਨੀ ਯੂਰਿਨ ਆਊਟਪੁੱਟ ਵੱਧਦੀ ਹੈ ਉਹਦੇ ਨਾਲ। ठीक है। ਤਾਂ ਜਿੰਨਾ ਕੋਲਡ ਡਰਿੰਕ ਜ਼ਿਆਦਾ ਪੀਤਾ ਜਾਏਗਾ ਉਨਾ ਨੁਕਸਾਨ ਵੱਧ ਹੋਏਗਾ, ਉਨੀ ਡੀਹਾਈਡਰੇਸ਼ਨ ਵੱਧ ਹੋਏਗੀ। अब बात करते हैं पाइल्स पेशेंट की, उसको समर्स में क्या क्या प्रिकॉशंस लेने चाहिए? उसको समर में अपनी हाइड्रेशन को पूरा करना चाहिए जी। सन एक्सपोजर लिमिटेड होना चाहिए, या आप कहीं बाहर जा रहे हैं आप अम्ब्रेला यूज कर सकते हो। डायरेक्ट सन एक्सपोजर से बचना चाहिए, स्पेशली जब टेम्परेचर 40 के अबव है तो डेफिनेटली उतना एक्सपोज नहीं होना चाहिए। जी। फ्रूट्स हैं वो खाने चाहिए ज्यादा जिसमें वाटर कंटेंट ज्यादा है, और धीरे खाना चाहिए, चबा चबा के खाना चाहिए। और कभी भी आपको ऐसा लगे कि मेरे को बहुत ज्यादा मुंह सूख रहा है, प्यास लग रही है,
तो ये सब डिहाइड्रेशन के सिम्टम है, उस समय आपको किसी डॉक्टर को कंसल्ट करना चाहिए। ਵੈਸੇ ਤਾਂ ਤੁਸੀਂ ਆਪਣੇ ਜਵਾਬ ਦੇ ਵਿੱਚ ਇਸ ਗੱਲ ਦਾ ਜਵਾਬ ਦੇ ਹੀ ਦਿੱਤਾ ਕਿ ਵੀ ਫਰੂਟਸ ਖਾਣੇ ਚਾਹੀਦੇ, ਪਰ ਜੇ ਆਪਾਂ ਸਪੈਸ਼ਲ ਸਮਰ ਫਰੂਟਸ ਦੀ ਗੱਲ ਕਰ ਲਈਏ ਤਾਂ ਕਿਹੜੇ ਕਿਹੜੇ ਫਰੂਟਸ ਦੇ ਆਪਾਂ ਨਾਮ ਲੈ ਸਕਦੇ ਜਿਨ੍ਹਾਂ ਜਿਹੜਾ ਡਾਈਜੈਸਟਿਵ ਸਿਸਟਮ ਨਾਲ तरबूज, खरबूजा, पपीता, ਈਵਨ ਐਪਲ, ਹਾਂ ਮੈਂਗੋ, ਜਿਹਦੇ ਚ ਵੀ ਵਾਟਰ ਕੰਟੈਂਟ ਜ਼ਿਆਦਾ ਹੈ। ਹੁਣ ਜਿਵੇਂ ਬਨਾਨਾ ਚ ਵਾਟਰ ਕੰਟੈਂਟ ਘੱਟ ਹੁੰਦਾ ਹੈ ਕੰਪੈਰੀਟਿਵਲੀ, ਜੀ ਤਾਂ ਉਹ ਫਰੂਟ प्रेफर करने चाहिए ਜਿਹਦੇ जूस या वाटर कंटेंट ज्यादा है। अभी आपने एक बात भी करी थी कि जो ऑफिस में बैठे होते हैं लोग, एसी में बैठे होते हैं, उन्हीं के ऊपर बात है कि उनका डाइजेस्टिव सिस्टम ठीक रहे, उसके लिए क्या टिप होगी आपकी? प्रोलॉन्ग सिटिंग को अवॉइड करना चाहिए। कुछ ठीक है। समय बाद आपको अपनी चेयर से उठ के, चाहे आप एक नॉर्मल वॉक कर लो, अच्छा, पर आपको वॉक करनी चाहिए। मतलब 3 घंटे से ज्यादा अगर आप लगातार एक ही जगह बैठे रहते हैं तो इसकी प्रोबेबिलिटी मैनी फोल्ड इंक्रीज होती है। तो आपको अपनी जॉब में ये इंश्योर करना चाहिए, जिस भी जॉब में हो, जैसे आर्मी में होता है कि वो बैठे बैठे अपनी लेग्स मूव करते रहते हैं, वो एक्सरसाइजेस करते रहना, कुछ देर के बाद उठ के चक्कर लगा लेना, वाटर कंटेंट अपना प्रॉपर रखना, प्रॉपर पानी पीते रहना बॉटल में से। ये इंपॉर्टेंट है। ਸਮਰ ਵੈਕੇਸ਼ਨਸ ਦੇ ਵਿੱਚ ਨਾ ਕੁਦਰਤਨ ਫੈਮਿਲੀਜ਼ ਦੇ ਪਲਾਨ ਬਣਦੇ ਆ ਜ਼ਿਆਦਾ ਰੂਟਸ, ਲੰਬੇ ਰੂਟਸ ਦੇ ਉੱਤੇ ਜਾਣ ਦੇ, ਔਰ ਲੌਂਗ ਰੂਟ ਦੇ ਵਿੱਚ ਕੀ ਲੌਂਗ ਟਰੈਵਲ ਜਿਹੜਾ ਉਹ ਕਨਸਟੀਪੇਸ਼ਨ ਦਾ ਕਾਰਨ ਬਣ ਸਕਦਾ ਹੁੰਦਾ ਹੈ ਐਸਾ ਕੁਝ? ਡੈਫੀਨਿਟਲੀ, ਕਿਉਂਕਿ ਮੰਨ ਲਓ ਲੰਬੇ ਟਾਈਮ ਲਈ ਕਿਤੇ ਆਪਾਂ ਲੰਬੀ ਜਰਨੀ ਤੇ ਗਏ, 6 ਘੰਟੇ ਦੀ 8 ਘੰਟੇ ਦੀ ਜਰਨੀ, ਔਰ ਉਹਦੇ ਚ ਅਸੀਂ ਨਾਨ ਸਟਾਪ ਜਾ ਰਹੇ ਹਾਂ, ਅਸੀਂ ਕਿਤੇ ਰੁਕ ਨਹੀਂ ਰਹੇ, ਤਾਂ ਆਫ ਕੋਰਸ ਉਸ ਦੌਰਾਨ ਤੁਹਾਡਾ ਯੂਰਿਨ, ਸਟੂਲ, ਉਹਦੀ ਅਰਜ ਤਾਂ ਤੁਹਾਨੂੰ ਹੋਏਗੀ, ਤੁਸੀਂ ਉਹਨੂੰ ਹੋਲਡ ਕਰ ਰਹੇ ਹੋ। ਤਾਂ ਕਈ ਵਾਰੀ ਐਸਾ ਅਕਸਰ ਹੁੰਦਾ ਹੈ ਕਿ ਤੁਸੀਂ ਟ੍ਰੈਫਿਕ 'ਚ ਜੰਮ ਗਏ, ਫਸ ਗਏ ਤੁਸੀਂ ਟ੍ਰੈਫਿਕ ਦੇ ਵਿੱਚ, ਤੇ ਤੁਸੀਂ ਹੁਣ ਉੱਥੇ ਵਾਸ਼ਰੂਮ ਨਹੀਂ ਹੈ ਤਾਂ ਤੁਸੀਂ ਹੋਲਡ ਕਰ ਲਿਆ। ਤਾਂ ਬਾਡੀ ਦੀ ਇੱਕ ਨੈਚੁਰਲ ਟੈਂਡੈਂਸੀ ਹੁੰਦੀ ਹੈ, ਜਦੋਂ ਤੁਸੀਂ ਸਟੂਲ ਨੂੰ ਹੋਲਡ ਕਰੋਗੇ ਤਾਂ ਉਹਦੇ ਵਾਟਰ ਦੀ ਰੀਅਬਜ਼ੌਰਬ ਕਰ ਲੈਂਦੀ ਹੈ ਉਹਦੇ ਚੋਂ, ਤੇ ਸਟੂਲ ਹਾਰਡ ਹੋ ਜਾਂਦਾ ਹੈ। ਤਾਂ ਨੈਕਸਟ ਟਾਈਮ ਜਦ ਤੁਸੀਂ ਟਾਇਲਟ ਜਾਓਗੇ ਫਿਰ ਤੁਹਾਨੂੰ ਅਰਜ ਨਹੀਂ ਹੋਏਗੀ, ਤੁਸੀਂ ਜਾਓਗੇ ਤੁਹਾਨੂੰ ਸਟ੍ਰੇਨ ਕਰਨਾ ਪਏਗਾ, ਜ਼ੋਰ ਲਗਾਉਣਾ ਪਏਗਾ, ਔਰ ਉਹਦੇ ਨਾਲ ਇਹ ਬਵਾਸੀਰ ਵਗੈरह ਇਹਦੀਆਂ ਐਸੋਸੀਏਟਡ ਪ੍ਰॉब्लम्स हो जाती। सर गर्मियों में एक चीज बहुत कॉमन है, गर्मियां हैं तो ठंडा पानी है, मतलब थोड़ी थोड़ी देर बाद हम भी फ्रिज खोल के चलो ठंडा पानी पी लें, तो ये कोल्ड वाटर जो है ये भी क्या कहीं ना कहीं डाइजेशन को वीक कर देता है? इसको तो बहुत ही सुंदर एक्सप्लेन किया आयुर्वेद के अंदर। अच्छा। कि ना अग्नि होती है, मतलब डाइजेशन को उन्होंने फायर, जो डाइजेस्टिव जूसेस हैं उसको फायर से कंपेयर किया है। ठीक अब है। आग में पानी डाल दो ना ठंडा, हाँ। तो सुलगती रहेगी, फिर वो जला नहीं पाएगी। तो अगर इसको रिलेट करें हम, जब खाना खाते हैं, जब वो स्टमक में जाता है तो डाइजेस्टिव जूसेस एक्ट करते हैं उस पर जी, और उसको डाइजेस्ट करते हैं, ठीक है। माइक्रो पार्टिकल्स में कन्वर्ट करते हैं, उससे एब्जॉर्प्शन होती है। पर जब आप ठंडा पानी पी लेते हो तो वो डाइजेशन इम्पेयर हो जाती है, वो बहुत स्लो हो जाती है, जिसको मंदाग्नि कहते हैं। तो वो डाइजेशन इतनी इम्पेयर हो जाती है कि आपको वो खाना जो होता है वो प्रॉपरली डाइजेस्ट नहीं हो पाता और वो अंदर ही सड़ना शुरू हो जाता है। उससे गैस बननी, ब्लोटिंग होनी, कॉन्स्टिपेशन रहनी, ये सारे सिम्टम्स आने तो शुरू मतलब हो ठंडा पानी अवॉइड करना ठंडा चाहिए। पानी अवॉइड करना चाहिए। आपको हमेशा नॉर्मल टेम्परेचर पे पानी को लेना चाहिए, वो काफी हेल्पफुल होता है। और उससे आपको जो आपकी प्यास भी, कभी आप नोटिस करो, आप ठंडे पानी के 2-3 ग्लास पी लो और नॉर्मल टेम्परेचर पे 1 ग्लास पी लो, आपको उससे बेटर फीलिंग आएगी कि हाँ मेरी प्यास बुझ गई। एक वो काफी टाइम से सुनते आ रहे हैं, मटके का पानी पीना बहुत अच्छा होता है। वो तो बहुत ज्यादा अच्छा है, क्योंकि वहां भी वो टेक्नोलॉजी ऐसी है कि जिसमें नेचुरल वे में पानी को ठंडा किया जा रहा है। उसमें जो पानी ठंडा होता है उसमें फ्रिज में रखे हुए पानी में और मटके में रखे हुए पानी में ये वो जमीन ठंडा आसमान का नहीं, वैसा ठंडा नहीं। हाँ। वैसा ठंडा है। ਜਿਵੇਂ ਡਾਕਟਰ ਸਾਹਿਬ ਤੁਸੀਂ ਕਿਹਾ ਕਿ ਜਿਵੇਂ ਵਾਟਰ ਇਨਟੇਕ ਤਾਂ ਜ਼ਿਆਦਾ ਹੋ ਹੀ ਜਾਂਦਾ ਗਰਮੀਆਂ 'ਚ, ਕੀ ਸਮਰ ਦੇ ਵਿੱਚ ਭੁੱਖ ਦਾ ਘੱਟ ਲੱਗਣਾ ਇਹ ਨਾਰਮਲ ਹੈ? ਇਹ ਨਾਰਮਲ ਹੈ, ਕਿਉਂਕਿ ਸਰਦੀਆਂ ਦੇ ਵਿੱਚ ਤੁਹਾਡਾ BMR ਵੱਧ ਜਾਂਦਾ ਹੈਗਾ। ਜਦੋਂ ਤੁਹਾਡਾ BMR ਵੱਧ ਜਾਂਦਾ ਤਾਂ ਤੁਸੀਂ ਜੋ ਵੀ ਖਾਂਦੇ ਹੋ ਪਚਦਾ ਹੈ, ਤੁਹਾਨੂੰ ਡਾਈਜੈਸਟ ਹੁੰਦਾ ਹੈ, ਹੋਰ ਭੁੱਖ ਲੱਗਦੀ ਹੈ। ਤਾਂ ਹੀ ਦੇਸੀ ਕੀ ਹੈਵੀ ਜਿਹੜੀ ਡਾਈਟ ਹੈ ਉਹ ਸਰਦੀਆਂ 'ਚ ਲਿੱਤੀ ਜਾਂਦੀ ਹੈ। ਗਰਮੀਆਂ 'ਚ ਹਮੇਸ਼ਾ ਲਾਈਟ ਡਾਈਟ ਲਿੱਤੀ ਜਾਂਦੀ ਹੈ, ਜਿਵੇਂ ਆਪਾਂ ਲਾਈਟ ਡਾਈਟ ਦੇ ਵਿੱਚ ਜੂਸਿਸ ਹੋ ਗਏ, ਫਰੂਟਸ ਹੋ ਗਏ, ਉਹਨੂੰ ਆਪਾਂ ਪ੍ਰੈਫਰ ਕਰਦੇ ਹਾਂ ਗਰਮੀ ਦੇ ਵਿੱਚ, ਜਿਹਦੇ 'ਚ ਵਾਟਰ ਕੰਟੈਂਟ ਜ਼ਿਆਦਾ ਹੈ। ਪਰ ਸਰਦੀਆਂ 'ਚ ਆਪਾਂ हैवी डाइट लेने क्योंकि साडा BMR अच्छा ਹੁੰਦਾ है, डाइजेशन बेटर हो जाता है। गर्मियों में एक चीज है, कई आर्टिकल भी पढ़ रहा था, दही खाए, कर्ड अच्छा रहता है, पेट के लिए भी अच्छा होता है। प्रोबायोटिक ड्रिंक्स लेना कितना जरूरी है पाइल्स से बचने के लिए? प्रोबायोटिक्स या दही है ये सब, ये हमारी जो गट है ना, इसमें सारी डाइजेशन जो होती है, सारी जो उसमें एब्जॉर्प्शन होती है, डाइजेशन होती है, इस सारे प्रोसेस को माइक्रो बैक्टीरिया कंट्रोल करते हैं। अच्छा। उसमें 2 तरीके के बैक्टीरिया होते हैं, एक गुड बैक्टीरिया, एक बैड बैक्टीरिया।
जो कर्ड है ये बहुत ही यूजफुल ड्रिंक है, जिसको आप अगर आप कर्ड लेते हो, लस्सी लेते हो या दही लेते हो, तो उसमें वो बैक्टीरिया की सफिशिएंट क्वांटिटी होती है, गुड बैक्टीरिया की, तो उससे वो उनका नंबर बढ़ता है, डाइजेशन बेटर होती है, एब्जॉर्प्शन बेटर होती है। वैसे भी अगर आप मिल्क प्रोडक्ट लेते हो ना, तो बॉडी में एसिड से रिएक्ट होके वो कर्ड में ही कन्वर्ट होता है। तो जब आप उसको ले लेते हो कर्ड को, तो आपकी बॉडी को एक्सेसिव काम नहीं करना पड़ता, उसकी एब्जॉर्प्शन भी बड़ी फास्ट होती है। तो डू यू रिकमेंड योर पेशेंट्स आल्सो टू? ऑफ कोर्स वी रिकमेंड। ਤਾਂ ਵੱਧਦੀ ਹੋਈ ਗਰਮੀ ਦੇ ਵਿੱਚ ਖਾਣ ਪੀਣ ਦੇ ਇਹ ਪੁਆਇੰਟਸ ਤੁਹਾਨੂੰ ਤੰਦਰੁਸਤ ਵੀ ਰੱਖਣਗੇ, ਤੁਹਾਨੂੰ ਬਿਮਾਰੀਆਂ ਤੋਂ ਬਚਾਏ ਵੀ ਰੱਖਣਗੇ ਔਰ ਪਾਇਲਸ ਤੋਂ ਵੀ ਬਚਾ ਕੇ ਰੱਖਣਗੇ, ਤੇ ਪਾਇਲਸ ਪੇਸ਼ੈਂਟ ਲਈ ਵੀ ਇਹ ਫਾਇਦੇਮੰਦ ਹੋਣਗੇ। ਆਰਜੇ ਜੱਸੀ ਤੇ ਆਰਜੇ ਗਗਨ ਦੀਆਂ ਇਹ ਗੱਲਾਂ ਡਾਕਟਰ ਹਤਿੰਦਰ ਸੂਰੀ ਨਾਲ ਚੱਲ ਰਹੀਆਂ ਸੀ। ਅਸੀਂ ਰਾਣਾ ਪਾਇਲਸ ਹਸਪੀਟਲ ਸਰਹੰਦ ਦੇ ਵਿੱਚ ਪਹੁੰਚੇ ਹੋਏ ਹਾਂ। ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। थैंक यू सर, थैंक यू।